जुगो जुग टल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬਿਰਾਜਮਾਨ ਗੁਰੂ ਸਾਧ ਸੰਗਤ ਜੀਓ, ਸਾਡੇ ਸਾਰਿਆਂ ਦੇ ਬਹੁਤ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ, ਇਸ ਸੰਪਰਦਾ ਦੇ ਬਾਬਾ ਸੁੱਚਾ ਸਿੰਘ ਦੀ ਚਲਾਈ ਹੋਈ ਲਹਿਰ ਨੂੰ ਨਿਰੰਤਰਤਾ ਦੇਣ ਵਾਲੇ ਮਹਾਂਪੁਰਸ਼ ਸੰਤ ਗਿਆਨੀ ਅਮੀਰ ਸਿੰਘ ਜੀ, ਸਟੇਜ 'ਤੇ ਬੈਠੇ ਹੋਰ ਮਹਾਂਪੁਰਸ਼ੋ, ਆਓ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਇੱਥੇ ਪਾਵਨ ਸ਼ਖਸੀਅਤ ਸੰਤ ਬਾਬਾ ਸੁੱਚਾ ਸਿੰਘ ਜੀ ਦੀ 25ਵੀਂ ਬਰਸੀ ਉੱਤੇ ਇਕੱਤਰ ਹੋਏ ਹਾਂ। ਇਹਦਾ ਇੱਕ ਖਾਸ ਕਾਰਨ ਹੈ, ਕਿਉਂਕਿ ਆਮ ਤੌਰ 'ਤੇ ਅਸੀਂ ਵੇਖਦੇ ਹਾਂ ਕਿ ਪਰਿਵਾਰਾਂ ਵਿੱਚ ਵੀ ਜਦੋਂ ਕੋਈ ਪਰਿਵਾਰ ਦਾ ਮੈਂਬਰ ਵਿਛੋੜਾ ਦੇ ਜਾਵੇ ਤਾਂ 2, 4, 5 ਸਾਲ ਬਾਅਦ ਪਰਿਵਾਰ ਦੇ ਮੈਂਬਰ ਵੀ ਉਹਨੂੰ ਵਿਸਾਰ ਦਿੰਦੇ ਹਨ। ਪਰ 25 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸੰਤ ਬਾਬਾ ਸੁੱਚਾ ਸਿੰਘ ਜੀ ਅੱਜ ਵੀ ਸਾਡੇ ਦਿਲਾਂ ਉੱਤੇ ਉਸੇ ਤਰ੍ਹਾਂ ਹੀ ਬਿਰਾਜਮਾਨ ਹਨ, ਜਿਸ ਤਰ੍ਹਾਂ ਕਿ ਅੱਜ ਤੋਂ ਉਹ 25 ਸਾਲ ਪਹਿਲਾਂ 1991 ਵਿੱਚ ਇੱਥੇ ਉਹਨਾਂ ਨੇ ਇਹ ਗੁਰਮਤਿ ਸੰਗੀਤ ਦੀ ਨੀਂਹ ਰੱਖੀ ਸੀ। ਮੇਰਾ ਇਹ ਮੰਨਣਾ ਹੈ ਕਿ ਕੋਈ ਮਹਾਨ ਪੁਰਸ਼ ਜਨਮ ਨਾਲ ਨਹੀਂ ਹੁੰਦਾ, ਉਹ ਆਪਣੀ ਕਾਰਜਸ਼ਾਲੀ ਨਾਲ ਮਹਾਨ ਪੁਰਸ਼ ਬਣਦਾ। ਔਰ ਗੁਰਬਾਣੀ ਦਾ ਵੀ ਫਰਮਾਨ ਇਹੀ ਹੈ ਕਿ ਤੇਰਾ ਨਾਮ ਕਰੀ ਚਰਨਾਠੀਆ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇਰ ਲੈ, ਘਟ ਅੰਤਰ ਪੂਜਾ ਹੋਏ। ਸੰਤ ਬਾਬਾ ਸੁੱਚਾ ਸਿੰਘ ਜੀ ਨੇ ਆਪਣੀ ਇੱਕ ਅਰਧ ਸੈਂਕੜੇ ਦੀ ਆਯੂ ਵਿੱਚ ਜੋ ਕਾਰਜ ਕੀਤੇ ਨੇ, ਉਹਦੇ ਨਾਲ ਉਹ ਮਹਾਨ ਬਣੇ ਨੇ। ਮੇਰਾ ਇਹ ਮੰਨਣਾ ਹੈ ਕਿ ਜਿਸ ਗੁਰਮਤਿ ਸੰਗੀਤ ਦੇ ਵਾਸਤੇ ਆਪਾਂ ਸਾਰੇ ਅੱਜ ਇੱਥੇ ਇਕੱਤਰ ਹੋਏ ਹਾਂ, ਕਿ 2-3 ਦਹਾਕੇ ਪਹਿਲਾਂ ਇਸ ਦਾ ਕੋਈ ਵੀ ਨਾਮੋ ਨਿਸ਼ਾਨ ਨਹੀਂ ਸੀ। ਕਿਉਂਕਿ ਜਦੋਂ ਤੱਕ 3 ਚੀਜ਼ਾਂ ਇਕੱਤਰ ਨਾ ਹੋਣ ਤਾਂ ਕਿਸੇ ਵੀ ਸਿਧਾਂਤ ਦਾ ਮੁੱਲ ਸਮਾਜ ਵਿੱਚ ਪੈਣਾ ਅਸੰਭਵ ਜਿਹਾ ਹੁੰਦਾ। ਉਹ 3 ਚੀਜ਼ਾਂ ਨੇ ਧਾਰਮਿਕਤਾ, ਅਕਾਦਮਿਕਤਾ ਅਤੇ ਵਿਵਹਾਰਕਤਾ। ਧਾਰਮਿਕ ਪੱਧਰ ਉੱਤੇ ਗੁਰਮਤਿ ਸੰਗੀਤ ਨੂੰ ਕੇਵਲ ਰਸਮੀ ਤੌਰ 'ਤੇ ਕੁਝ ਰਸਮਾਂ ਨਿਭਾਉਣ ਲਈ ਹੀ ਪ੍ਰਵਾਨ ਕੀਤਾ ਜਾਂਦਾ ਸੀ। ਕਿਉਂਕਿ ਅਕਾਦਮਿਕ ਖੇਤਰ ਦੇ ਵਿੱਚ ਇਹਦੀ ਪਹਿਚਾਣ ਸਥਾਪਿਤ ਨਹੀਂ ਸੀ ਹੋ ਸਕੀ। ਕਿਉਂਕਿ ਜਿਹੜੇ ਧਾਰਮਿਕ ਪੁਰਸ਼ ਸਨ, ਉਹ ਕੇਵਲ ਇਸ ਗੁਰਮਤਿ ਸੰਗੀਤ ਨੂੰ, ਕੀਰਤਨ ਨੂੰ ਕੇਵਲ ਧਾਰਮਿਕ ਰਸਮਾਂ ਨਿਭਾਉਣ ਤੱਕ ਸੀਮਿਤ ਰੱਖ ਰਹੇ ਸਨ, ਅਤੇ ਅਕਾਦਮਿਕ ਖੇਤਰ ਦੇ ਜਿਹੜੇ ਵਿਅਕਤੀ ਸਨ, ਉਹ ਇਹਦੇ ਨੇੜੇ ਇਸ ਕਰਕੇ ਨਹੀਂ ਸੀ ਆਉਂਦੇ ਕਿਉਂਕਿ ਸਮਾਜ ਵਿੱਚ ਇਸ ਦਾ ਕੋਈ ਉਸ ਸਮੇਂ ਮੁੱਲ ਨਹੀਂ ਸੀ ਪਿਆ ਹੁੰਦਾ। ਤੀਜੀ ਜਿਹੜੀ ਗੱਲ ਸੀ ਵਿਵਹਾਰਕਤਾ। ਸੰਗਤ ਦੀ ਰੁਚੀ ਵੀ ਅਜਿਹੀ ਸੀ ਕਿ ਉਹ ਇਸ ਗੁਰਮਤਿ ਸੰਗੀਤ ਨੂੰ ਉਸ ਰਾਗ ਨਿਰਧਾਰਤ ਕੀਰਤਨ ਰਾਹੀਂ ਸੁਣਨ ਦੀ ਰੁਚੀ ਗਵਾ ਬੈਠੀ ਸੀ। ਜਿਵੇਂ ਮੇਥੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੀ ਆਪ ਜੀ ਨਾਲ ਗੱਲ ਸਾਂਝੀ ਕਰਕੇ ਗਏ ਨੇ। ਪਰ ਇਸ ਕਰਕੇ ਅਸੀਂ ਅੱਜ 25 ਸਾਲਾਂ ਦੇ ਬਾਵਜੂਦ ਸੰਤ ਬਾਬਾ ਸੁੱਚਾ ਸਿੰਘ ਜੀ ਨੂੰ ਉਸੇ ਤਰ੍ਹਾਂ ਹੀ ਯਾਦ ਕਰ ਰਹੇ ਹਾਂ, ਜਿਸ ਤਰ੍ਹਾਂ ਕਿ 1991 ਵਿੱਚ ਅਸੀਂ ਉਹਨਾਂ ਨੂੰ ਆਪਣੇ ਦਿਲ 'ਚ ਵਸਾਇਆ ਸੀ। ਕਿਉਂਕਿ ਉਹਨਾਂ ਦੇ ਅੰਦਰ ਸਭ ਤੋਂ ਵੱਡੀ ਧਾਰਮਿਕ ਦਿੱਖ ਅਜਿਹੀ ਸੀ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਮਾਈ ਹੋਈ ਸੀ। ਇਹ ਸੰਤ ਬਾਬਾ ਸੁੱਚਾ ਸਿੰਘ ਜੀ ਹੀ ਸਨ ਜਿਨ੍ਹਾਂ ਨੇ ਇਸ ਗੁਰਮਤਿ ਸੰਗੀਤ ਨੂੰ ਅਕਾਦਮਿਕ ਖੇਤਰ ਦੇ ਵਿੱਚ ਇੰਟਰੋਡਿਊਸ ਕਰਨ ਵਾਸਤੇ, ਪ੍ਰਚਲਿਤ ਕਰਨ ਵਾਸਤੇ
ਉਸ ਸਮੇਂ ਦੇ ਯੂਨੀਵਰਸਿਟੀਆਂ ਵਿੱਚ ਕੰਮ ਕਰਨ ਵਾਲੇ ਮੇਰੇ ਵਰਗੇ ਜਿਹੜੇ ਮਤਲਬ ਕਿ ਸੋ ਕਾਲਡ ਵਿਦਵਾਨ ਸਨ, ਉਹਨਾਂ ਨੂੰ ਇਸ ਗੁਰਮਤਿ ਸੰਗੀਤ ਦੇ ਨਾਲ ਜੋੜਨ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ। ਔਰ 1991 ਤੋਂ ਹੀ ਇਹ ਸਾਰੀਆਂ ਯੂਨੀਵਰਸਿਟੀਆਂ ਦੇ ਜਿੰਨੇ ਹੀ ਵਿਦਵਾਨ ਸਨ, ਉਹ ਗੁਰਮਤਿ ਸੰਗੀਤ ਦੇ ਨਾਲ ਜੁੜਨ ਦੇ ਵਿੱਚ ਆਪਣਾ ਮਾਣ ਮਹਿਸੂਸ ਕਰਨ ਲੱਗ ਗਏ। ਅਤੇ ਸੰਗਤੀ ਰੂਪ ਵਿੱਚ ਜਿਸ ਤਰ੍ਹਾਂ ਤੁਸੀਂ ਸਾਰੇ ਇੱਥੇ ਬੈਠੇ ਪਿਛਲੇ 3 ਦਿਨਾਂ ਤੋਂ ਇਸ ਗੁਰਮਤਿ ਸੰਗੀਤ ਨੂੰ ਰਾਗ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਇਹ ਰੁਚੀ ਸੰਗਤ ਵਿੱਚ ਪੈਦਾ ਕਰਨ ਵਾਲੇ ਵੀ ਸੰਤ ਬਾਬਾ ਸੁੱਚਾ ਜੀ ਸਨ। ਸੋ ਇਸ ਤਰ੍ਹਾਂ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਇੱਕੋ ਸਮੇਂ ਇਸ ਗੁਰਮਤਿ ਸੰਗੀਤ ਨੂੰ ਨਾ ਕੇਵਲ ਧਾਰਮਿਕ ਤੰਗਤ ਦਿੱਤੀ, ਬਲਕਿ ਇਹਨੂੰ ਅਕਾਦਮਿਕ ਖੇਤਰ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਪ੍ਰਫੁੱਲਿਤ ਕੀਤਾ। ਥਾਂ ਥਾਂ ਯੂਨੀਵਰਸਿਟੀਆਂ ਜਾ ਕੇ ਕਈ ਥਾਵਾਂ ਦੇ ਉੱਤੇ ਉਹਨਾਂ ਨੇ ਚੇਅਰਾਂ ਸਥਾਪਿਤ ਕਰਾਈਆਂ ਔਰ ਸੰਗਤ ਨੂੰ ਇੱਕ ਅਜਿਹਾ ਇੱਕ ਰਸਤਾ ਦਿੱਤਾ ਕਿ ਜਿਸ ਨਾਲ ਕਿ ਅੱਜ ਇਹ ਸੰਗਤ ਜਿਹੜੀ ਹੈਗੀ ਹੈ ਗੁਰਮਤਿ ਸੰਗੀਤ ਨੂੰ ਰਾਗ ਦੇ ਮਾਧਿਅਮ ਰਾਹੀਂ ਸਰਵਣ ਕਰਨ ਦੇ ਵਿੱਚ ਮਾਣ ਮਹਿਸੂਸ ਕਰਦੀ ਹੈ, ਉਹਦੀ ਰੁਚੀ ਪੈਦਾ ਹੋ ਚੁੱਕੀ ਹੈ। ਕਿਉਂਕਿ ਜਦੋਂ ਤੱਕ ਧਾਰਮਿਕਤਾ, ਅਕਾਦਮਿਕਤਾ ਅਤੇ ਵਿਵਹਾਰਕਤਾ ਇਹਨਾਂ ਦਾ ਤਿੰਨਾਂ ਦਾ ਸੰਗਮ ਨਹੀਂ ਹੁੰਦਾ, ਉਦੋਂ ਤੱਕ ਮਾਨਵ ਜੀਵਨ ਦੇ ਵਿੱਚ ਨਿਖਾਰ, ਸੁਧਾਰ ਅਤੇ ਸਤਿਕਾਰ ਦੀ ਭਾਵਨਾ ਜਿਹੜੀ ਹੈਗੀ ਆ ਉਹਦੇ ਅੰਮ੍ਰਿਤ ਰੂਪੀ ਝਰਨੇ ਨਹੀਂ ਝਰ ਸਕਦੇ ਜਦੋਂ ਤੱਕ ਇਹਨਾਂ ਤਿੰਨਾਂ ਦਾ ਸੰਗਮ ਨਾ ਹੋਵੇ। ਸੋ ਇਹ ਸੰਤ ਬਾਬਾ ਸੁੱਚਾ ਸਿੰਘ ਦੀ ਮੈਂ ਸਮਝਦਾ ਗੁਰਮਤਿ ਸੰਗੀਤ ਨੂੰ ਸਭ ਤੋਂ ਵੱਡੀ ਮਹਾਨ ਦੇਣ ਹੈ ਕਿ ਉਹਨਾਂ ਨੇ ਇਹਨਾਂ ਤਿੰਨਾਂ ਚੀਜ਼ਾਂ ਦਾ ਸੰਗਮ ਕਰਕੇ ਸਾਡੇ ਸਾਹਮਣੇ ਲਿਆਂਦਾ। ਬਾਬਾ ਜੀ ਜਿਸ ਵੇਲੇ ਉਹਨਾਂ ਨਾਲ ਗੱਲਬਾਤ ਹੁੰਦੀ ਸੀ, ਇਸ ਚੀਜ਼ ਨੂੰ ਪ੍ਰਵਾਨ ਕਰਦੇ ਸਨ, ਮੰਨ ਕੇ ਚੱਲਦੇ ਸਨ ਕਿ ਸ਼ਬਦ ਦਾ ਸੰਚਾਰੀ ਸੁਭਾਅ ਆਪਣਾ ਹੈ ਅਤੇ ਰਾਗ ਦਾ ਸੰਚਾਰੀ ਸੁਭਾਅ ਆਪਣਾ ਹੈ। ਇਹ ਦੋਨਾਂ ਦਾ ਸੁਭਾਅ ਜਦੋਂ ਤੱਕ ਜਿਹੜੇ ਕੀਰਤਨ ਕਰਨ ਵਾਲੇ ਨੇ, ਜਿਹੜੇ ਗਾਵਣਹਾਰੇ ਨੇ, ਜਿਹੜੇ ਗੁਰਮਤਿ ਸੰਗੀਤ ਦੇ ਨਾਲ ਜੁੜੇ ਹੋਏ ਨੇ, ਇਸ ਚੀਜ਼ ਦੀ ਸਮਝ ਰੱਖਦਿਆਂ ਹੋਇਆਂ ਗੁਰਬਾਣੀ ਕੀਰਤਨ ਨਹੀਂ ਕਰਨਗੇ, ਉਨੀ ਦੇਰ ਤੱਕ ਗੁਰਬਾਣੀ ਦਾ ਅਸਲ ਸੰਦੇਸ਼, ਉਪਦੇਸ਼ ਅਤੇ ਆਦੇਸ਼ ਉਹ ਸੰਗਤਾਂ ਦੇ ਦਿਲ ਵਿੱਚ ਘਰ ਨਹੀਂ ਕਰ ਸਕਦਾ। ਸੋ ਇਸ ਕਰਕੇ ਇਸ ਰਾਗ ਦੇ ਮਾਧਿਅਮ ਰਾਹੀਂ ਜਿਹੜਾ ਉਭਾਰ ਹੋਣਾ ਚਾਹੀਦਾ ਹੈ ਉਹ ਸ਼ਬਦ ਦੇ ਸੰਦੇਸ਼ ਦਾ ਹੋਣਾ ਚਾਹੀਦਾ ਹੈ। ਸ਼ਬਦ ਰਾਗ ਦੇ ਵਿੱਚ ਉੱਭਰਨਾ ਚਾਹੀਦਾ, ਨਾ ਕਿ ਸ਼ਬਦ ਦੇ ਵਿੱਚੋਂ ਰਾਗ ਦਾ ਉਭਾਰ ਹੋਣਾ ਚਾਹੀਦਾ। ਇਹ ਗੁਰਮਤਿ ਸੰਗੀਤ ਦੀ ਸਮੁੱਚੇ ਭਾਰਤੀ ਸੰਗੀਤ ਨਾਲੋਂ ਇੱਕ ਵਿਸ਼ੇਸ਼ ਵਿਲੱਖਣਤਾ, ਜਿਹਨੂੰ ਸਾਨੂੰ ਸਮਝਣ ਦੀ ਲੋੜ ਹੈ ਅਤੇ ਸਮਝਾਉਣ ਦੀ ਲੋੜ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਜਦੋਂ ਤੱਕ ਇਸ ਚੀਜ਼ ਨੂੰ ਸਨਮੁਖ ਰੱਖ ਕੇ ਸਾਡੇ ਜਿਹੜੇ ਹਨ ਕੀਰਤਨਕਾਰ ਨੇ, ਗੁਰਮਤਿ ਸੰਗੀਤ ਨਾਲ ਜੁੜੇ ਹੋਏ ਨੇ, ਉਹ ਜਦੋਂ ਤੱਕ ਇਸ ਚੀਜ਼ ਨੂੰ ਲੈ ਕੇ ਨਹੀਂ ਚੱਲਣਗੇ, ਉਦੋਂ ਤੱਕ ਬਾਬਾ ਸੁੱਚਾ ਸਿੰਘ ਜੀ ਦਾ ਉਹ ਸੁਪਨਾ ਜਿਹੜਾ ਹੈਗਾ ਉਹ ਸਾਕਾਰ ਨਹੀਂ ਹੋ ਸਕਦਾ, ਜਦੋਂ ਤੱਕ ਅਸੀਂ ਰਾਗ ਦੇ ਮਾਧਿਅਮ ਰਾਹੀਂ ਸ਼ਬਦ ਦਾ ਸੰਚਾਰ ਜਿਹੜਾ ਹੈਗਾ ਉਹ ਸੰਗਤਾਂ ਦੇ ਹਿਰਦਿਆਂ ਤੱਕ ਪਹੁੰਚਾਉਣ ਦਾ ਯਤਨ ਨਹੀਂ ਕਰਾਂਗੇ। ਸਾਡੇ ਸਾਰਿਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਦੀ ਇਹ ਪਰੰਪਰਾ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਆਰੰਭ ਕੀਤੀ ਸੀ, ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਉਹਨਾਂ ਦੇ ਇਸ ਪਰੰਪਰਾ ਨੂੰ ਨਿਰੰਤਰਤਾ ਦੇਣ ਵਾਲੇ ਸੰਤ ਬਾਬਾ ਅਮੀਰ ਸਿੰਘ ਜੀ ਕਿਸੇ ਤਰ੍ਹਾਂ ਵੀ ਕੋਈ ਕਸਰ ਨਹੀਂ ਛੱਡ ਰਹੇ। ਕੋਈ ਉਹਨਾਂ ਨੂੰ ਇਹ ਸੰਕੋਚ ਨਹੀਂ ਕਿ ਕਿੰਨਾ ਖਰਚ ਆਉਣਾ ਹੈ, ਕਿੰਨੀ ਮਿਹਨਤ ਕਰਨੀ ਪੈਣੀ ਹੈ। ਉਹ ਤਨ ਕਰਕੇ, ਮਨ ਕਰਕੇ ਇਸ ਵਿਧਾ ਦੇ ਨਾਲ ਅਜਿਹਾ ਜੁੜੇ ਹੋਏ ਨੇ ਕਿ ਉਹਨਾਂ ਨੂੰ ਆਪਣੇ ਵੀ ਜਿਹੜਾ ਹੈਗਾ ਅਮਨ ਚੈਨ ਦਾ ਕੋਈ ਵੀ ਆਪਣਾ ਇਸ ਚੀਜ਼ ਦਾ ਖਿਆਲ ਨਹੀਂ। ਕਿਉਂਕਿ ਕੋਈ ਵੀ ਕਾਰਜ ਜਦੋਂ ਤੱਕ ਉਹਦੇ ਵਿੱਚ ਡੈਡੀਕੇਸ਼ਨ ਨਾ ਹੋਵੇ, ਭਾਵ ਸਮਰਪਿਤ ਭਾਵਨਾ ਨਾ ਹੋਵੇ ਅਤੇ ਕਮਿਟਮੈਂਟ ਨਾ ਹੋਵੇ, ਪ੍ਰਤੀਬੱਧਤਾ ਨਾ ਹੋਵੇ, ਉਦੋਂ ਤੱਕ ਉਹ ਕੀਤਾ ਨਹੀਂ ਜਾ ਸਕਦਾ। ਸੰਤ ਬਾਬਾ ਅਮੀਰ ਸਿੰਘ ਜੀ ਦੇ ਵਿੱਚ ਉਹੀ ਜਿਹੜੀ ਹੈਗੀ ਹੈ ਚਿਣਗ ਹੈ, ਉਹੀ ਜਿਹੜੀ ਹੈਗੀ ਹੈ ਉਮੰਗ ਹੈ ਜੋ ਸੰਤ ਬਾਬਾ ਸੁੱਚਾ ਸਿੰਘ ਦੇ ਹਿਰਦੇ ਵਿੱਚ ਸੀ। ਇਸ ਗੁਰਮਤਿ ਸੰਗੀਤ ਦੀ ਪ੍ਰਫੁੱਲਤਾ ਵਾਸਤੇ, ਇਸ ਗੁਰਮਤਿ ਸੰਗੀਤ ਨੂੰ ਸੰਗਤਾਂ ਦੇ ਹਿਰਦਿਆਂ ਵਿੱਚ ਇੱਕ ਅਜਿਹਾ ਸਥਾਨ ਬਣਾਉਣ ਵਾਸਤੇ ਜਿਹਦੇ ਨਾਲ ਕਿ ਸੰਗਤ ਇਸ ਮਾਧਿਅਮ ਰਾਹੀਂ ਗੁਰੂ ਮਹਾਰਾਜ ਦਾ ਉਹ ਸੰਦੇਸ਼ ਕਿ ਜਿਹੜਾ ਕਿ ਉਹਨਾਂ ਨੇ ਕਿਹਾ ਸੀ ਕਿ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ, ਜਿਤ ਵਸਿਆ ਮਨ ਆਏ,
ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਇਸੇ ਕਰਕੇ ਭਲੋ ਭਲੋ ਰੇ ਕੀਰਤਨੀਆਂ, ਉਹੀ ਕੀਰਤਨੀਆਂ ਭਲਾ ਹੈ ਰਾਮ ਨਾਮ ਦਾ। ਇਸ ਕਰਕੇ ਮੇਰੀ ਆਪ ਸਭ ਨਾਲ ਬੇਨਤੀ ਇਹੀ ਹੈ ਚਰਨਾਂ ਵਿੱਚ ਕਿ ਕੋਸ਼ਿਸ਼ ਕਰੋ ਜੋ ਗੁਰਮਤਿ ਦਾ ਸੰਗੀਤ ਦੇ ਮਾਧਿਅਮ ਰਾਹੀਂ ਸ਼ਬਦ ਦਾ ਜਿਹੜਾ ਹੈਗਾ ਉਪਦੇਸ਼ ਹੈ, ਉਹਨਾਂ ਨੂੰ ਹਿਰਦਿਆਂ ਵਿੱਚ ਸਾਓ। ਮੈਂ ਇੱਕ ਬੇਨਤੀ ਸੰਤ ਬਾਬਾ ਮੀਰ ਸਿੰਘ ਜੀ ਦੇ ਚਰਨਾਂ ਵਿੱਚ ਕਰਨੀ ਚਾਹਾਂਗਾ ਕਿ ਜਿੱਥੇ ਇਹ ਇੰਨੇ ਵੱਡੇ ਉੱਦਮ ਕਰ ਰਹੇ ਨੇ, ਆਪਾਂ ਸਾਰੇ ਬਹੁਤ ਹੀ ਭਾਗਾਂ ਵਾਲੇ ਹਾਂ ਕਿ ਸਾਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 350 ਪ੍ਰਕਾਸ਼ ਦਿਵਸ ਮਨਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ। ਸੋ ਇਸ ਪਾਸੇ ਵੀ ਮੇਰੇ ਖਿਆਲ ਦੇ ਵਿੱਚ ਸਾਨੂੰ ਇੱਕ ਕਦਮ ਪੁੱਟਣ ਦੀ ਲੋੜ ਹੈ, ਕਿਉਂਕਿ ਦਸਮ ਪਾਤਸ਼ਾਹ ਨੇ ਵੀ ਗੁਰਮਤਿ ਸੰਗੀਤ ਨੂੰ ਪ੍ਰਫੁੱਲਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਜਿਹੜਾ ਕਿ ਸੰਗਤਾਂ ਨੂੰ ਹਾਲੇ ਪਤਾ ਨਹੀਂ। ਸੋ ਸਾਨੂੰ ਇਹ ਵੀ ਜਿਹੜੀ ਹੈਗੀ ਹੈ ਜਾਣਕਾਰੀ ਸੰਗਤਾਂ ਤੱਕ ਪਹੁੰਚਾਉਣ ਲਈ ਇੱਕ ਅਜਿਹਾ ਸੰਮੇਲਨ ਕਰਨ ਦੀ ਲੋੜ ਹੈ, ਜਿਹਦੇ ਵਿੱਚ ਜਿੰਨੀ ਵੀ ਸੇਵਾ ਤੁਸੀਂ ਸਾਨੂੰ ਬਖਸ਼ਿਸ਼ ਕਰੋਗੇ, ਅਸੀਂ ਤਨ ਮਨ ਧਨ ਨਾਲ ਤੁਹਾਡੇ ਚਰਨਾਂ ਵਿੱਚ ਆਪਣੀਆਂ ਸੇਵਾਵਾਂ ਅਰਪਣ ਕਰਾਂਗੇ। ਦਿੱਤੇ ਹੋਏ ਸਮੇਂ ਅਨੁਸਾਰ ਮੈਂ ਇੰਨੀਆਂ ਬੇਨਤੀਆਂ ਕਰਕੇ ਆਪ ਸਭ ਪਾਸੋਂ ਖਿਮਾ ਮੰਗਦਾ ਹਾਂ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।